ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਿਛਲੀ ਕਥਾ ਵਿੱਚ ਮੈਂ ਦੋ ਸ਼ਬਦ ਬੋਲੇ ਸਨ। ਦੋਵਾਂ ਦਾ ਉਚਾਰਨ ਮੇਰੇ ਕੋਲੋਂ ਠੀਕ ਨਹੀਂ ਹੋਇਆ। ਪਹਿਲਾਂ ਤਾਂ ਮੈਂ ਸਾਰੀ ਸਾਧ ਸੰਗਤ ਤੋਂ ਇਸ ਚੀਜ਼ ਦੀ ਮਾਫੀ ਮੰਗਦਾ ਹਾਂ। ਇੱਕ ਸ਼ਬਦ ਸੀ, ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਇਹਦਾ ਉਚਾਰਨ ਮੇਰੇ ਕੋਲ ਸਹੀ ਨਹੀਂ ਸੀ ਹੋ ਸਕਿਆ। ਮੈਂ ਇਸ ਚੀਜ਼ ਨੂੰ ਗਲਤ ਮੰਨਦਾ ਹੋਇਆ ਕਿ ਉਚਾਰਨ ਤੇ ਸਹੀ ਹੋਣਾ ਚਾਹੀਦਾ। ਇਸ ਸ਼ਬਦ ਦਾ ਉਚਾਰਨ ਇਸ ਤਰ੍ਹਾਂ ਹੈ ਜਿਵੇਂ ਹੁਣ ਮੈਂ ਕੀਤਾ ਹੈ। ਪਹਿਲਾ ਨਹੀਂ ਬੋਲਣਾ, ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਤੇ ਦੂਜਾ ਸ਼ਬਦ ਜੋ ਸੁਖਮਨੀ ਸਾਹਿਬ ਦਾ ਸ਼ਬਦ ਹੈ, ਬਟਾਊ ਸਿਓ ਜੋ ਲਾਵੇ ਨੇ, ਤਾਕੋ ਹਾਥ ਨ ਆਵੇ ਕੇ। ਇਹ ਸਹੀ ਉਚਾਰਨ ਸੀ। ਭੁੱਲਣਹਾਰ ਹਾਂ, ਗਲਤੀਆਂ ਹੋ ਜਾਂਦੀਆਂ ਨੇ। ਸੰਗਤ ਬਹੁਤ ਮਹਾਨ ਹੁੰਦੀ ਏ। ਉਹ ਮਾਫ ਕਰਨ ਯੋਗ ਹੁੰਦੀ ਹੈ, ਮਾਫ ਕਰ ਦਿੰਦੀ ਹੈ। ਤੇ ਗੁਰਸਿੱਖੋ, ਗੁਰਬਾਣੀ ਨੂੰ ਸਮਝਣ ਵਾਸਤੇ ਅੱਜ ਮੈਂ ਸੰਗਤ ਨਾਲ 2-3 ਨੁਕਤੇ ਵਿਚਾਰਨੇ ਹਨ। ਇਹ ਸਿਧਾਂਤ ਸਿੱਖਣ ਤੋਂ ਬਾਅਦ ਗੁਰਬਾਣੀ ਸਮਝਣੀ ਬਹੁਤ ਆਸਾਨ ਹੋ ਜਾਂਦੀ ਹੈ। ਸਭ ਤੋਂ ਪਹਿਲਾ ਨੁਕਤਾ, ਗੁਰਬਾਣੀ ਵਿੱਚ ਕੋਈ ਐਸਾ ਸ਼ਬਦ ਨਹੀਂ, ਲਗਭਗ, ਜਿਹਦੀ ਗੁਰਬਾਣੀ ਖੁਦ ਹੀ ਖੰਡਨ ਨਹੀਂ ਕਰ ਦਿੰਦੀ। ਸ਼ੁਰੂ ਤੋਂ ਪੜ੍ਹਨਾ ਨਾ ਤੇ ਇੰਝ ਹੀ ਲੱਗਣਾ ਕਿ ਗੁਰਬਾਣੀ ਹੀ ਗੁਰਬਾਣੀ ਦਾ ਖੰਡਨ ਕਰ ਰਹੀ ਹੈ। ਪਰ ਕਾਫੀ ਬਾਣੀ ਸਮਝਣ ਤੋਂ ਬਾਅਦ ਫਿਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਇਹ ਸਮਝ ਆਈ ਕਿ ਇਹ ਖੰਡਨ ਨਹੀਂ ਹੈ। ਇਹ ਸਾਡੀ ਸੋਚ ਨੂੰ ਚੱਲਦਿਆਂ ਰੱਖਣ ਵਾਸਤੇ ਹੈ। ਤੇ ਫਿਰ ਕੀ ਉਹਦੇ ਵਿੱਚੋਂ
ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਇਹ ਹੈ ਹਰ ਚੀਜ਼ ਦੀ ਅਧਿਕਤਾ ਮਾੜੀ ਹੁੰਦੀ ਹੈ। ਪਹਿਲਾ ਸਿਧਾਂਤ ਕੀ ਹੈ ਗੁਰਬਾਣੀ ਨੂੰ ਸਿੱਖਣ ਵਾਸਤੇ? ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕਿਵੇਂ? ਜਿਵੇਂ ਕਿ ਜਪਜੀ ਸਾਹਿਬ ਵਿੱਚ ਵੀ, ਜਪਜੀ ਸਾਹਿਬ ਵਿੱਚ ਹੀ ਜਿੱਥੇ ਦਇਆ ਨੂੰ ਧਰਮ ਦੀ ਜਨਨੀ ਕਿਹਾ ਹੈ, ਉੱਥੇ ਹੀ ਦਇਆ ਕਰਨ ਨੂੰ ਬਹੁਤਾ ਚੰਗਾ ਨਹੀਂ ਕਿਹਾ। ਔਰ ਇਹ ਦੋਵੇਂ ਸ਼ਬਦ ਜਪਜੀ ਸਾਹਿਬ ਵਿੱਚ ਹੀ ਹਨ। ਜਿਵੇਂ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਕੀ ਅਰਥ ਇਹਦਾ? ਤੀਰਥ, ਤੀਰਥਾਂ ਤੇ ਜਾਣਾ, ਘੁੰਮਣਾ, ਇਸ਼ਨਾਨ ਕਰਨਾ। ਤੀਰਥ ਤਪ, ਤਪ ਕਰਨੇ। ਦਇਆ, ਦਇਆ ਕਰਨੀ। ਦਤ ਦਾਨ ਯਾਨੀ ਕਿ ਦਾਤਾਂ ਦਾਨ ਕਰਨੀਆਂ, ਦਾਨ ਕਰਨਾ। ਜੇ ਕੋ ਪਾਵੇ ਤਿਲ ਕਾ ਮਾਨ, ਜੇ ਤੁਹਾਨੂੰ ਤਿਲ ਮਾਤਰ ਮਾਣ ਮਿਲ ਜਾਏ ਉਹਦੇ ਘਰੋਂ, ਪਰਮਾਤਮਾ ਦੇ। ਇਹਦਾ ਮਤਲਬ ਇਹ ਚਾਰੇ ਚੀਜ਼ਾਂ ਤੋਂ ਵਰਜਿਆ ਹੀ ਗਿਆ ਹੈ। ਇਸ ਤੋਂ ਅੱਗੇ ਧੌਲ, ਧਰਮ, ਦਇਆ ਕਾ ਪੂਤ। ਇੱਥੇ ਦਇਆ ਨੂੰ ਕੀ ਕਿਹਾ ਗਿਆ ਹੈ? ਕਿ ਧਰਮ ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ। ਦਇਆ ਹੀ ਧਰਮ ਦੀ ਜਨਨੀ ਹੈ। ਇਹਨਾਂ ਨੂੰ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ। ਜਿਵੇਂ ਰੁਕਿਆ ਹੋਇਆ ਪਾਣੀ ਮੁੱਸ ਜਾਂਦਾ ਹੈ, ਤਰਕ ਜਾਂਦਾ ਹੈ, ਬਦਬੂਦਾਰ ਹੋ ਜਾਂਦਾ ਹੈ, ਐਵੇਂ ਹੀ ਸਾਡੀ ਰੁਕੀ ਹੋਈ ਸੋਚ ਉਸੇ ਮੁੱਸੇ, ਤਰਕੇ ਜਾਂ ਬਦਬੂਦਾਰ ਪਾਣੀ ਦੀ ਨਿਆਈ ਹੀ ਹੈ। ਜੇ ਕੋਈ ਗੰਦੀ ਨੀਅਤ ਨਾਲ ਤੁਹਾਡੇ ਘਰ ਵੜ ਜਾਂਦਾ ਹੈ, ਆਪਾਂ ਉਹਦੇ ਤੇ ਦਇਆ ਕਰੀ ਜਾਂਦੇ ਹਾਂ। ਅੱਗੋਂ ਜੋ ਉਹ ਜ਼ੁਲਮ ਕਰਨਾ ਚਾਹੁੰਦਾ ਹੈ ਉਹਦਾ ਅਸੀਂ ਟਾਕਰਾ ਨਹੀਂ ਕਰਦੇ। ਤੇ ਉਹ ਸਾਡੇ ਪਰਿਵਾਰ ਵਾਸਤੇ ਜਾਂ ਸਾਡੇ ਵਾਸਤੇ ਦਇਆ ਨਹੀਂ, ਕੁਦਇਆ ਬਣ ਜਾਂਦਾ ਹੈ। ਉੱਥੇ ਦਇਆ ਦੀ ਲੋੜ ਨਹੀਂ ਹੁੰਦੀ। ਹੋਰ ਨੁਕਤਾ, ਕਿਸੇ ਨੂੰ ਮਾੜੀ ਹਾਲਾਤ ਵਿੱਚ ਵੇਖ ਕੇ ਅਸੀਂ ਉੱਥੇ ਦਇਆ ਕਰਕੇ ਆਪਣਾ ਮਨੋਬਲ ਡੇਗ ਲੈਂਦੇ ਹਾਂ। ਚੜ੍ਹਦੀ ਕਲਾ 'ਚ ਨਹੀਂ ਰਹਿੰਦੇ, ਟਹਿੰਦੀ ਕਲਾ 'ਚ ਚਲੇ ਜਾਂਦੇ ਹਾਂ। ਜਿਵੇਂ ਕਈ ਵਾਰੀ ਵੇਖਿਆ ਹੈ, ਕਿਸੇ ਬਹੁਤ ਦੁਖਿਆਰੇ ਨੂੰ ਵੇਖ ਕੇ
मैं सुनना कि कईयां नूं हार्ट अटैक हो जाता, कईयां दी मौत भी हो जाती, कईयां दा ब्रेन कईयां नूं ब्रेन हैमरेज तक हो जाती है, पैरालाइज हो जाता है। उत्थे दया की लोड़ नहीं हुंदी, ਉਹਨੂੰ परमात्मा का भाणा ते परमात्मा का हुक्म समझ के मन लेना चाहिए। हुण कोई बहुता ही दयावान जिहा बंदा किसे जिथे बीमार लोग होण उत्थे चले जाण, मेरे ख्याल है कई दिन उन्हां दा मानसिक संतुलन ठीक नहीं रहिंदा। जिथे यानी कि जिन्हां लोकां दे अंग ना होण, या जिवें कि पिंगलवाड़े च ला लो, उत्थे जाके इन्हां किसे दा मन पसीज जाए, दया दे कारण हुंदा है ना। उन्होंने ये समझो मालका है तेरा ही हुक्म है, उन्होंने वेख के अनडिठ ही करन विच भलाई है, अपनी भी ते अपने नाल जुड़े हुए सारियां दी, अपने परिवार दी। ते जिथे दया की लोड़ है, कोई बंदा तुहानूं नुकसान पहुँचाण नहीं आया, वो तुहाडा नुकसान कर ही नहीं सकता, ਉਹਦੇ ते दया करनी बनती है ना। ਉੱਥੇ जे दया तुसी नहीं करते, या जिथे नहीं करनी हुंदी नहीं करनी हुंदी उत्थे तुसी कर दिंदे हो, तुसी समाज में सरवाइव नहीं कर सकते, विचर नहीं सकते। जे समाज में विचरना है, अपनी सोच बदलनी पैगी, नहीं तो रुके हुए पानी वांगू, तरके हुए पानी वांगू ही तुहाडी सोच है। इसे तरह ही बाणी में शब्द हैं, लेख नहीं मिटते, कर्म नहीं मिटते, कीते हुए कर्म सानू भोगने ही पैंदे हैं। 75 शब्द हैं गुरबाणी विच इहदे परथाए कि कीते हुए कर्म भोगने ही पैंदे हैं, वो मिटते नहीं। ते इन्ने ही शब्द नाल दूजे हैं कि करोड़ां अपराध माफ़ हो जाते हैं, जन्मां जन्मां दे कीते हुए पाप मिट जाते हैं। ते जे साडी सोच एक जगह ही रुक जाए, सरवाइव कर सकोगे? अचानक कोई हथों कर्म माड़ा हो जाए तो आप यही सोच सोच के खत्म हो जाना है कि ये कर्म तो मिटने नहीं, हुण मैनूं भोगने ही पैने ने। किवें विचर सकने समाज विच? ते जे ये होवे कि करोड़ां पाप माफ़ हो जाते हैं, तो फिर रोज़ ही पाप करांगे तो आखांगे माफ़ तो हो जाने, फिर भी असीं विचर नहीं सकते समाज विच। इस करके सोच
ਰੁਕਣ ਵੀ ਨਹੀਂ ਦੇਣੀ। ਤੇ ਸੋਚ ਗੁਰਬਾਣੀ ਅਨੁਸਾਰ ਵੀ ਕਰਨੀ ਹੈ। ਕਰੋੜਾਂ ਪਾਪ, ਕਰੋੜਾਂ ਅਪਰਾਧ ਆਪਣੇ ਆਪ ਮਾਫ ਨਹੀਂ ਹੁੰਦੇ। ਉਹ ਜਿਹੜੇ 80 ਸ਼ਬਦ ਹਨ ਨਾ ਗੁਰਬਾਣੀ ਵਿੱਚ, ਘੱਟ ਤੋਂ ਘੱਟ ਤੇ ਇੰਨੇ ਹਨ। ਹੋ ਸਕਦਾ ਹੈ ਕੋਈ 2-4 ਮੇਰੇ ਕੋਲੋਂ ਛੁੱਟ ਵੀ ਗਏ ਹੋਣ। ਉਹਨਾਂ ਸ਼ਬਦਾਂ ਨੂੰ ਪੜ੍ਹ ਕੇ, ਵਿਚਾਰ ਕੇ, ਉਹਨਾਂ ਸ਼ਬਦਾਂ ਅਨੁਸਾਰ ਆਪਣਾ ਜੀਵਨ ਕਰਕੇ ਹੀ ਉਹ ਕਰੋੜਾਂ ਅਪਰਾਧ ਮਾਫ ਹੋ ਜਾਂਦੇ ਹਨ, ਮਿਟ ਜਾਂਦੇ ਹਨ। ਜਨਮ ਜਨਮਾਂਤਰਾਂ ਦੇ ਕੀਤੇ ਹੋਏ ਅਪਰਾਧ ਮਿਟ ਜਾਂਦੇ ਹਨ। ਉਹ ਜਦੋਂ 80 ਸ਼ਬਦਾਂ ਦੀ ਲੜੀਵਾਰ ਵਿਆਖਿਆ ਉਹ ਮਾਲਕ ਸੱਚਾ ਕਰਵਾਏਗਾ ਨਾ, ਉਸ ਟਾਈਮ ਸਮਝ 'ਚ ਆਵੇਗਾ ਕਿ ਕੀਤੇ ਹੋਏ ਅਪਰਾਧ ਕਿਵੇਂ ਮਿਟ ਜਾਂਦੇ ਹਨ। ਬੈਠਿਆਂ ਬਿਠਾਇਆਂ ਨਹੀਂ ਮਿਟ ਜਾਂਦੇ, ਮੂੰਹ ਨਾਲ ਆਖਿਆ ਨਹੀਂ ਮਿਟ ਜਾਂਦੇ। ਉਸ ਤਰ੍ਹਾਂ ਜੀਵਨ ਜੀਵਿਆਂ ਮਿਟਦੇ ਹਨ। ਉਹਨਾਂ ਸ਼ਬਦਾਂ ਦੀ ਵਿਚਾਰ ਕੀਤਿਆਂ, ਉਹਨਾਂ ਅਨੁਸਾਰ ਚੱਲਿਆਂ ਹੀ ਮਿਟਦੇ ਹਨ। ਉਹਦੀ ਕਿਰਪਾ ਨਾਲ ਮਿਟਦੇ ਹਨ। ਔਰ ਉਹਦੀ ਕਿਰਪਾ ਕਿਵੇਂ ਹੁੰਦੀ ਹੈ? ਉਹਦੇ ਕਹਿ ਵਿੱਚ ਚੱਲਿਆਂ ਹੁੰਦੀ ਹੈ। ਗੁਰਸਿੱਖੋ, ਇਹ 2 ਨੁਕਤੇ ਤੇ ਮੁੱਖ ਨੁਕਤੇ ਹਨ। ਅਗਲਾ ਨੁਕਤਾ ਹੈ ਕਿ ਅਸੀਂ ਹਾਂ ਕੀ। ਜਦੋਂ ਸਾਨੂੰ ਇਹ ਸਮਝ ਆ ਗਈ ਨਾ ਵੀ ਅਸੀਂ ਹਾਂ ਕੀ, ਗੁਰਬਾਣੀ ਸਮਝਣੀ ਕੋਈ ਔਖੀ ਨਹੀਂ ਹੋਏਗੀ। ਅਸੀਂ ਰੂਹਾਂ ਹਾਂ, ਅਸੀਂ ਜੀ ਹਾਂ, ਅਸੀਂ ਜਿੰਦ ਹਾਂ, ਅਸੀਂ ਆਤਮਾ ਹਾਂ, ਪਰ ਸਮੇਤ ਸਰੀਰ ਹਾਂ। ਅਸੀਂ ਸਰੀਰ ਨਹੀਂ ਹਾਂ। ਸਾਡਾ ਸਰੀਰ ਏ, ਅਸੀਂ ਸਰੀਰ ਨਹੀਂ ਹਾਂ। ਤੇ ਫਿਰ ਅਸੀਂ ਕੀ ਹਾਂ? ਜਿਹੜਾ ਆਂਦਾ ਹੈ ਨਾ ਮੇਰਾ ਸਰੀਰ, ਉਹ ਕੌਣ ਹੈ? ਤੁਸੀਂ ਉਹ ਹੋ ਭਾਈ ਜਿਹੜਾ ਸਰੀਰ ਦਾ ਮਾਲਕ ਆਂਦਾ ਹੈ ਮੇਰਾ ਸਰੀਰ। ਅੱਜ ਮੇਰਾ ਨਾ ਸਰੀਰ ਠੀਕ ਜਿਹਾ ਨਹੀਂ। ਕੌਣ ਹੋ? ਤੁਸੀਂ ਉਹ ਹੋ। ਪਰ ਅੱਜ ਕੱਲ੍ਹ ਇੱਕ ਨਵਾਂ ਟਰੈਂਡ ਚੱਲਿਆ। ਹੁਣ ਇਹ ਕਿੱਥੋਂ ਆਇਆ ਹੈ ਇਹ ਤਾਂ ਮੈਨੂੰ ਨਹੀਂ ਪਤਾ, ਪਰ ਜਿੱਥੋਂ ਬਾਕੀ ਕੁਰਤੀਆਂ ਆਉਂਦੀਆਂ ਨੇ ਵੀ ਉੱਥੇ ਹੀ ਹੁੰਦਾ ਹੈ। ਪਹਿਲਾਂ ਤਾਂ ਹੁੰਦਾ ਸੀ ਨਾ ਵੀ ਕਿੰਨੇ ਕੁ ਜੀ ਆਏ ਨੇ ਜੀ, ਹੁਣ ਕੀ ਕਿੰਨੇ ਕੁ ਸਰੀਰ ਆਏ ਨੇ? ਉਹ ਕਮਲੇ ਹੋ, ਸਰੀਰ ਆਉਂਦਾ ਨਹੀਂ, ਨਾ ਹੀ ਸਰੀਰ ਕਿਤੇ ਜਾਂਦਾ ਹੈ। ਉਹ ਆਉਂਦਾ ਹੈ ਜਿਹੜਾ ਇਹ ਸਰੀਰ ਦਾ ਮਾਲਕ ਹੈ, ਸਰੀਰ ਤੇ ਆਉਣ ਦਾ ਜ਼ਰੀਆ ਹੈ, ਸਰੀਰ ਤੇ ਜਾਣ ਦਾ ਜ਼ਰੀਆ ਹੈ। ਜਿਵੇਂ ਜਿੰਨੇ ਵੀ ਅੰਗ ਹਨ ਉਹ ਕੁਝ ਨਹੀਂ ਕਰਦੇ,
ਉਹਨਾਂ ਵਿੱਚ ਕੋਈ ਸਮਰੱਥਾ ਨਹੀਂ। ਜੋ ਕਰਦਾ ਹੈ, ਜਿਹਦਾ ਇਹ ਸਰੀਰ ਹੈ, ਉਹ ਕਰਦਾ ਹੈ। ਮੂੰਹ ਕੁਝ ਨਹੀਂ ਖਾਂਦਾ, ਮੂੰਹ ਖਾਣ ਦਾ ਜ਼ਰੀਆ ਹੈ। ਕੰਨ ਕੁਝ ਨਹੀਂ ਸੁਣਦੇ, ਕੰਨ ਸੁਣਨ ਦਾ ਜ਼ਰੀਆ ਹੈ। ਐਵੇਂ ਹੀ ਬਾਕੀ ਅੱਖਾਂ ਕੁਛ ਨਹੀਂ ਵੇਂਦੀਆਂ, ਅੱਖਾਂ ਵੇਖਣ ਦਾ ਜ਼ਰੀਆ ਹੈ। ਭਾਈ ਜਦੋਂ ਉਹ ਸਰੀਰ ਦੇ ਵਿੱਚੋਂ ਟੁਰ ਜਾਂਦਾ ਹੈ, ਫਿਰ ਅੱਖਾਂ ਕਿਉਂ ਨਹੀਂ ਕੁਝ ਵੇਂਦੀਆਂ? ਕੌਣ? ਜਿਹੜਾ ਸਰੀਰ ਦਾ ਮਾਲਕ ਸੀ, ਜਿਹੜਾ ਸਰੀਰ ਦਾ ਪਤੀ ਸੀ। ਪਤੀ ਦਾ ਅਰਥ ਕੀ ਹੁੰਦਾ ਹੈ? ਜਿਹਦੇ ਨਾਲ ਪੱਤ ਹੁੰਦੀ ਹੈ, ਜਿਹਦੇ ਨਾਲ ਇੱਜ਼ਤ ਹੁੰਦੀ ਹੈ। ਜਦੋਂ ਸਰੀਰ ਵਿੱਚੋਂ ਚਲਾ ਜਾਂਦਾ ਹੈ, ਫਿਰ ਉਹ ਸਰੀਰ ਦੀ ਕਿੰਨੀ ਕੁ ਇੱਜ਼ਤ ਹੁੰਦੀ ਹੈ, ਕਿੰਨੀ ਕੁ ਪੱਤ ਹੁੰਦੀ ਹੈ ਉਹ ਸਰੀਰ ਦੀ। ਜਦੋਂ ਉਹ ਚਲਾ ਜਾਂਦਾ ਹੈ, ਫਿਰ ਕੰਨ ਕਿਉਂ ਨਹੀਂ ਸੁਣਦੇ, ਮੂੰਹ ਕਿਉਂ ਨਹੀਂ ਖਾਂਦਾ, ਸਾਡਾ ਨੱਕ ਸਾਹ ਕਿਉਂ ਨਹੀਂ ਲੈਂਦਾ, ਅੱਖਾਂ ਕਿਉਂ ਨਹੀਂ ਵੇਂਦੀਆਂ? ਅੱਖਾਂ ਤਾਂ ਉੱਥੇ ਹੁੰਦੀਆਂ ਨੇ, ਪਰ ਵੇਖਣ ਵਾਲਾ ਜੋ ਚਲਾ ਜਾਂਦਾ, ਸੁਣਨ ਵਾਲਾ ਜੋ ਚਲਾ ਜਾਂਦਾ। ਐਵੇਂ ਸਰੀਰ ਇੱਕ ਜ਼ਰੀਆ ਹੈ। ਸਰੀਰ ਕੁਝ ਨਹੀਂ ਖਾਂਦਾ, ਸਿਰਫ ਖਾਣ ਦਾ ਜ਼ਰੀਆ ਹੈ। ਖਾਂਦਾ ਕੌਣ ਹੈ? ਜਿਹੜਾ ਵੇ ਸਰੀਰ ਦੇ ਬੈਠਾ ਹੈ। ਉਹ ਰੂਹ ਹੈ, ਉਹ ਆਤਮਾ ਹੈ, ਉਹ ਜਿੰਦ ਹੈ, ਉਹ ਜਾਨ ਹੈ, ਉਹ ਜੀ ਹੈ। ਹੁਣ ਟ੍ਰੈਂਡ ਚੱਲ ਗਿਆ ਵੀ ਜਿੰਨੇ ਕੁ ਕਥਾ ਕਰਦੇ ਨਾ ਕਥਾਵਾਚਕ, ਜਿੰਨੇ ਸਰੀਰ ਬੈਠੇ ਨੇ, ਤੇ ਜੋ ਸਰੀਰ ਦਾ ਮਾਲਕ ਟੁਰ ਜਾਂਦਾ, ਫਿਰ ਸਰੀਰ ਕਿਉਂ ਨਹੀਂ ਬਹਿੰਦਾ? ਪਤਾ ਨਹੀਂ ਨਵੇਂ ਨਵੇਂ ਟ੍ਰੈਂਡ ਕਿੱਥੋਂ ਚੱਲ ਜਾਂਦੇ ਨੇ। ਮੇਰਾ ਸਰੀਰ ਤਾਂ ਲੋਥ ਹੁੰਦੀ ਹੈ, ਫਿਰ ਕਹਿੰਦੇ ਜਿਹੜੀ ਲੋਥਾਂ ਬੈਠੀਆਂ ਨੇ। ਰੱਬ ਦਾ ਵਾਸਤਾ ਜੇ, ਕੋਈ ਵੀ ਰੀਤ ਅਪਣਾਉਣ ਤੋਂ ਪਹਿਲਾਂ ਉਹਦੇ ਤੇ ਵਿਚਾਰ ਕਰ ਲਿਆ ਕਰੋ ਵੀ ਅਸੀਂ ਕੀ ਆਨੇ ਪਏ ਹਾਂ। ਹੱਥ ਕੁਝ ਨਹੀਂ ਕਰਦਾ, ਪੈਰ ਕਿਧਰੇ ਨਹੀਂ ਜਾਂਦੇ। ਹੱਥ ਕਰਨ ਦਾ ਜ਼ਰੀਆ ਹੈ, ਪੈਰ ਜਾਣ ਦੇ ਜ਼ਰੀਆ ਹੈ। ਫਿਰ ਮੈਂ ਇਹ ਆਖਾਂ ਵੀ ਜਦੋਂ ਉਹ ਟੁਰ ਜਾਂਦਾ ਹੈ, ਫਿਰ ਹੱਥ ਕਿਉਂ ਨਹੀਂ ਕੁਝ ਕਰਦੇ, ਫਿਰ ਪੈਰ ਕਿਉਂ ਨਹੀਂ ਕੁਝ ਕਰਦੇ? ਜੇ ਇਹ ਦੋ ਨੁਕਤੇ ਸਾਨੂੰ ਸਮਝ ਆ ਜਾਣ, ਦੋ ਸਿਧਾਂਤ ਸਾਨੂੰ ਸਮਝ ਆ ਜਾਣ, ਫਿਰ ਤੇ ਖੇਡ ਹੀ ਬਣ ਜਾਏ। ਗੁਰਬਾਣੀ ਸਮਝਣੀ ਬਹੁਤ ਆਸਾਨ ਹੋ ਜਾਂਦੀ ਹੈ। ਹੁਣ ਜਿਹੜਾ 84 ਲੱਖ ਜੂਨਾਂ ਵਿੱਚ ਪੈਂਦਾ ਹੈ, ਉਹ ਕੌਣ ਹੈ? ਉਹ ਕੌਣ ਹੈ? ਉਹ ਸਰੀਰ ਬਦਲਦਾ ਹੈ ਨਾ। ਇਹ ਚੋਲਾ ਮਨੁੱਖਾ ਚੋਲਾ ਛੱਡ ਜਾਂਦਾ ਹੈ, ਫਿਰ ਆਪਣੇ ਕਰਮਾਂ ਅਨੁਸਾਰ ਕੋਈ ਹੋਰ ਚੋਲਾ ਅਪਣਾ ਲੈਂਦਾ ਹੈ, ਹੋਰ ਕੋਈ ਸਰੀਰ ਧਾਰਨ ਕਰ ਲੈਂਦਾ ਹੈ। ਦੇਹ ਉਹ ਅਕਾਲ ਪੁਰਖ ਨਹੀਂ ਧਾਰਨ ਕਰਦਾ, ਕੌਣ ਧਾਰਨ ਕਰਦਾ ਹੈ? ਉਹ ਜਿੰਦ ਸਰੀਰ ਧਾਰਨ ਕਰਦੀ ਏ, ਦੇਹ ਧਾਰਨ ਕਰਦੀ ਏ। 84 ਲੱਖ ਜੂਨ ਧਾਰਨ ਕਰਦੀ ਏ ਦੇਹ, ਜਿੰਦ, ਜਾਨ, ਰੂਹ। ਰੁੱਖ ਬਨਸਪਤੀ ਵੀ ਜੂਨ ਮੰਨੀ ਗਈ ਹੈ।
इस करके वो भी देहधारी है। जिन्नियां भी जूना हैं सब ने देह धारण की हुई है। इस करके इन्हों देहधारी कहा जाता है। तो देहधारी कौन है? जिन्हें धारी हुई है देह, वो कौन है? वो रूह है, वो जिंद है, वो जान है, वो आत्मा है। हुण तुसी कहोगे कि आत्मा शरीर धारण नहीं करती, आत्मा तो मरदी नहीं। तो जो आते आत्मक मौत हो गई, वो की होंदा फिर? गुरसिखो, मेरी हर कथा विवादित ही होनी है। हर कथा पर वाद विवाद के प्रथाए पूरी गुरबाणी विच मैनू सही जोड़ ते नहीं चेता, नोट है मेरे को, शायद 34 शब्द ने। ते वाद विवाद करने वालियां नू जो कुछ गुरबाणी विच कहा गया है वो अपने उत्ते कोई भी समझदार बंदा लागू नहीं होने देता। कोशिश करता है कि ये जो गुरु वाद विवाद वास्ते यानी कि वादियां वास्ते जिहड़े वाद विवाद करते हैं उन्हों के प्रथाए जो उन्होंने शब्दों में कहा गया है, थोड़ी जी सूझ रखने वाला बंदा भी वाद विवाद ते नहीं करता। जे गुरबाणी अनुसार कथा मेरी नू कोई वाद विवाद भरी कथा आखेगा तो भाई फिर वो जाने ते वो जाने, मैं तो माड़ा जिहा बंदा वा, मैं किसी नाल वाद विवाद नहीं करांगा, क्योंकि मैनू पता है वाद विवाद करने वालियां नू जिन्ने कु तमगे गुरबाणी ने दिते ने वो मैं नहीं लेने। सो इन्हां ही शब्दां नाल मैं सारी संगत कोलों माफ़ी मंगदा हाँ। अनेकां ही गलतियां हो गई होणगियां, मैं कोई लास्ट अथॉरिटी थोड़ा वां। लास्ट अथॉरिटी तो मालक आप ही। मैनू जिन्नी को उन्हें सूझ दी, जिन्नी को उन्हें मैनू अकल मत दी, वो जिवें दा मैनू उन्हें बुलाया मैं उस हिसाब नाल ही बोली गया। मैं भी नहीं बोली गया, बुलाण वो ही डिया है तो बोलन भी वो ही डिया है। गुरसिखो, इत्थे मैं एक होर गल आखां, सिख मत सब बुत तुम्हारी। इथों फिर वो मालक गुरु नहीं साबित होण डिया। हे मालका, जो भी सिक्ख्या ये तेरी दिती हुई है, तो सिक्ख्या शायद गुरु ही देंदा होवेगा, मत गुरु ही देंदा होवेगा। ते जे बाणी च ये है कि सिख मत सब तुम्हारी, हे मालका सारी सिक्ख्या तेरी ही दिती हुई है, तेरे तो ही आउंदी है, तो फिर वो हस्ती वो अकाल पुरख गुरु नहीं है। सब गुण तेरे मैं नहीं कोए, हे मालका ये सारे गुण तेरे ही दिते हुए हैं, तो गुण कौन देंदा है? गुरु ही तो देंदा है। इस तरह मैं पिछली कथा में कहा सी
1050 ਸ਼ਬਦ ਹਨ ਜੋ ਅਕਾਲ ਪੁਰਖ ਨੂੰ ਗੁਰੂ ਸਾਬਤ ਕਰਦੇ ਹਨ। ਸਪਸ਼ਟ, ਕਿਧਰੇ ਸਿੱਧੇ ਤੌਰ ਤੇ ਤੇ ਕਿਧਰੇ ਅਸਿੱਧੇ ਤੌਰ ਤੇ। ਉਹ ਤੇ ਗੁਰੂਆਂ ਦਾ ਵੀ ਗੁਰੂ ਹੈ। ਕਿਉਂ? ਗੁਰਬਾਣੀ ਉਹਨੇ ਦਿੱਤੀ ਨਾ ਗੁਰੂਆਂ ਨੂੰ। ਧੁਰ ਕੀ ਬਾਣੀ ਆਈ ਧੁਰ ਤੋਂ। ਹੁਣ ਧੁਰ ਵੀ ਹਰਿਆਣਵੀ ਸ਼ਬਦ ਹੈ। ਧੁਰ ਜਿੱਥੋਂ ਆਏ ਹਾਂ ਤੇ ਜਿੱਥੇ ਜਾਣਾ ਹੈ। ਇਹ ਸਾਡੇ ਹਰਿਆਣੇ ਵਾਲੇ ਵੀਰ ਪਤਾ ਕੀ ਆਂਦੇ ਹੁੰਦੇ ਨੇ, ਬਾਈ ਦੁਰ ਛੋੜ ਕੇ ਆਈਏ। ਦੁਰ ਵੀ ਜਿੱਥੋਂ ਮੈਂ ਆਇਆ ਵਾਂ ਉੱਥੇ ਛੱਡ ਗਿਆ ਵੀ। ਜਾਂ ਕਿੱਥੋਂ ਆਇਆ ਬਈ? ਦੁਰਤਾ ਆਇਆ ਗਾਉਂ ਤੇ ਹੀ। ਦੁਰਤੇ ਹੀ ਯਾਨੀ ਕਿ ਤੋੜੋਂ ਆਪਣੇ ਘਰੋਂ ਹੀ ਆਇਆ। ਨਿਹੰਗ ਸਿੰਘਾਂ ਦਾ ਵੀ ਬੋਲਾ ਹੈ। ਉਹ ਆਖ ਦਿੰਦੇ ਹੁੰਦੇ ਨੇ ਤੇਰੀ ਧੁਰ ਦੀ ਟਿਕਟ ਕਟਾ ਦਿਆਂਗੇ। ਹੁਣ ਧੁਰ ਦਾ ਅਰਥ ਸਮਝ ਲਓ ਖੁਦ ਹੀ। ਜੇ ਬਾਣੀ ਧੁਰ ਤੋਂ ਆਈਏ ਉਹ ਸੁਨੇਹਾ ਧੁਰ ਤੋਂ ਆਇਆ ਹੈ। ਉਹ ਉਹਨਾਂ ਨੂੰ ਵੀ ਦਿੱਤਾ ਜਿਹੜੇ ਉਹ ਸੁਨੇਹਾ ਲੈਣ ਦੇ ਲਾਇਕ ਸਨ। ਮੇਰੇ ਵਰਗਿਆਂ ਨੂੰ ਕਿਉਂ ਨਹੀਂ ਦਿੱਤਾ? ਇਹ ਕੋਈ ਆਮ ਸੁਨੇਹਾ ਨਹੀਂ ਸੀ, ਆਮ ਮੈਸੇਜ ਨਹੀਂ ਸੀ ਵੀ ਖੰਡ ਪਾਠ ਦਾ ਭੋਗ ਹੈ ਤੇ ਅੱਜ ਰੋਟੀ ਖਾਓ। ਚੌਂਕੀਦਾਰ ਭਾਵੇਂ ਸ਼ਰਾਬੀ ਹੋਵੇ ਤੇ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ, ਸੁਨੇਹਾ ਦੇਣ ਵਾਲਾ ਸੁਨੇਹੀਆ ਉਹ ਸੁਨੇਹਾ ਲੈ ਕੇ ਆਏ। ਹੁਣ ਪੈਗੰਬਰ ਕਈ ਵਾਰੀ ਅਸੀਂ ਇਹ ਉਰਦੂ ਦਾ ਲਫ਼ਜ਼ ਹੈ, ਕਈ ਵਾਰੀ ਇਹਨੂੰ ਸਮਝੀਏ ਨਾ ਤੇ ਇੰਝ ਲੱਗਦਾ ਪੈਗੰਬਰ ਜਿਵੇਂ ਪਤਾ ਨਹੀਂ ਕੀ ਮਤਲਬ ਚੋਖਾ। ਪੈਗੰਬਰ ਦਾ ਸਮਝੋ ਸੁਨੇਹੀਆ, ਪੈਗਾਮ ਲੈ ਕੇ ਆਇਆ ਤੇ ਪੈਗਾਮ ਦੇਣ ਵਾਲਾ ਮੈਸੇਂਜਰ। ਪਰ ਉਹ ਸੁਨੇਹਾ ਮਿਲਿਆ ਕਿਹਨਾਂ ਨੂੰ? ਜਿਹੜੇ ਉਹ ਸੁਨੇਹਾ ਲੈਣ ਦੇ ਤੇ ਉਹ ਸੁਨੇਹਾ ਦੇਣ ਦੇ ਲਾਇਕ ਸਨ, ਉਹਨਾਂ ਨੂੰ ਹੀ ਮਿਲਿਆ। ਗੁਰਸਿੱਖੋ, ਅਨੇਕਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਬਹੁਤ ਵਿਸ਼ਾਲ ਹਿਰਦਿਆਂ ਵਾਲੀ ਹੈ। ਮੈਂ ਫਿਰ ਮਾਫੀ ਮੰਗਦਾ ਸੰਗਤ ਤੋਂ। ਅਨੇਕਾਂ ਗਲਤੀਆਂ ਮੇਰੇ ਵਰਗੇ ਅਣਜਾਣਾ ਤੋਂ ਹੋ ਜਾਂਦੀਆਂ ਨੇ। ਮਾਫ ਕਰ ਦੇਣਾ। ਅੱਗੇ ਤੋਂ ਚੰਗੀ ਕਥਾ ਕਰਨ ਦੀ ਕਰਨ ਵਾਸਤੇ ਅਰਦਾਸ ਕਰਨਾ, ਅਸੀਸਾਂ ਦੇਣਾ, ਤਾਂ ਕਿ ਉਹ ਅਕਾਲ ਪੁਰਖ ਆਪ ਹਾਜ਼ਰ ਨਾਜ਼ਰ ਹੋ ਕੇ ਸਿਰ ਤੇ ਹੱਥ ਧਰ ਕੇ ਮਿਹਰ ਦਾ ਕਿਰਪਾ ਕਰਕੇ ਤੁਹਾਡੇ ਤੱਕ ਚੰਗਾ ਸੁਨੇਹਾ ਅਪਣਾਉਣ ਵਿੱਚ ਸਫਲ ਕਰੇ। ਮਾਲਕ ਅਕਾਲ ਪੁਰਖ ਸਫਲ ਕਰੇ। ਇਹਨਾਂ ਹੀ ਸ਼ਬਦਾਂ ਨਾਲ ਖਿਮਾ ਦਾ ਯਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।